ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਡੰਡੌਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਤੂੰ ਚੋ ਸੱਜਣ ਮੈਂਡਿਆ ਦੇਈ ਸਿਸ ਉਤਾਰ। ਨੈਣ ਮਹਿੰਜੇ ਤਰਸ ਦੇ ਕਦ ਪਸੀ ਦੀਦਾਰ। ਦਰਸ਼ਨ ਪਿਆਸੀ ਦਿਨਸ ਰਾਤ ਚਿਤਵੋ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੈ ਸਾਹੋ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾਹੋ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਹੁਕਮ ਰਜਾਈ ਸਾਖਤੀ ਦਰਗਹ ਸੱਚ ਕਬੂਲ। ਸਾਹਿਬ ਲੇਖਾ ਮੰਗਸੀ ਦੁਨੀਆ ਦੇਖ ਨਾ ਭੂਲ। ਹੁਕਮ ਰਜਾਈ ਸਾਖਤੀ ਦਰਗਹ ਸੱਚ ਕਬੂਲ। ਸਾਹਿਬ ਲੇਖਾ ਮੰਗਸੀ ਦੁਨੀਆ ਦੇਖ ਨਾ ਭੂਲ। ਦਿਲ ਦਰਬਾਨੀ ਜੋ ਕਰੇ ਦਰਵੇਸੀ ਦਿਲ ਰਾਸ। ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ।
महला पहला। अलगो जोए मधुकड़ो सारंग पाण सबाए। हीरा हीरा बेदिया नानक कंठ सुबाए। पौड़ी। मन मुख काल बेआपदा मोहे माया लागे। खिन मह मार पछाड़सी पाए दूजे ठागे। फिर बेड़ा हाथ न आवेई जम का डंड लागे। तिन जम डंड न लगेई जो हर लिव जागे। सब तेरी तुद छड़ावणी सब तुदै लागे। तिन जम डंड न लगई जो हर लिव ला जागे। सब तेरी तुद छड़ावणी सब तुदै लागे। वाहिगुरु जी का खालसा वाहिगुरु जी की फतेह। परम सन्मानयोग जुग हो जुग अटल चबर छतर तख दे मालक बाणी के बोहित जाहरा जहूर हाजरा हजूर सर्व कला समरथ। धन धन साहिब श्री गुरु ग्रंथ साहिब सच्चे सतगुरु जी दी पावन पवित्र निकी गोद अंदर जुड़ बैठे गुरु रूप गुरु सवारे सत संगी जनो। आप जी वड भागे हो जो दशमेश पिता गुरु कलगीधर सतगुरु अमृत के दाते सर्वांस दानी सहबे कमाल। धन धन साहिब श्री गुरु गोबिंद सिंह महाराज जी की चरण छो धरती महान पवित्र अस्थान गुरुद्वारा मंजी साहिब आलमगीर विखे अमृत बेले तो हाजरियां भर के सत संगत करके सतगुरु महाराज जी दियां खुशियां प्राप्त कर रहे हो। अमृत बेले तो सजे हुए दीवाना विच आप जी ने हुणे ही सत्कार जो गुरु घर दे कीर्तनिया पासों श्री आसा जी की वार दे कीर्तन श्रवण कीते हैं। सो आओ गुरु सवारियो समा है जो चल रही लड़ीवार गुरबाणी की कथा मारू राग दे विचों आप संगतां श्रवण करदियां आ रहीआं हन। मारू राग दे विच धन धन साहिब श्री गुरु अमरदास पातशाह महाराज की उच्चारण की हुई वार दी आप जी विचार श्रवण करते आ रहे हैं। सतगुरां दी किरपा सदका जो आप जी ने पावन श्लोक श्रवण किया है। धन धन साहिब श्री गुरु ग्रंथ साहिब महाराज जी के पावन अंक 1090 ते ये श्लोक सुशोभित है। ते मारू दी वार विच पातशाह जी का ये 12वां श्लोक है। ते सतगुरु महाराज बख्शिश कर रहे हैं। आओ अपनियां मन बिरतियां एकागर करिए
ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਕਰੋ ਸਾਰੇ ਆਪਣੀ ਰਸਨਾ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਹੁਕਮ ਰਜਾਈ ਸਾਖਤੀ ਦਰਗਹ ਸੱਚ ਕਬੂਲ। ਸਾਹਿਬ ਲੇਖਾ ਮੰਗਸੀ ਦੁਨੀਆ ਦੇਖ ਨਾ ਭੂਲ। ਮਾਰੂ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਆਰੰਭਤਾ ਦੇ ਵਿੱਚ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਹੁਕਮ ਰਜਾਈ ਸਾਖਤੀ ਦਰਗਹ ਸੱਚ ਕਬੂਲ। ਕਹਿੰਦੇ ਨੇ ਹੇ ਭਾਈ, ਪਰਮਾਤਮਾ ਦੇ ਹੁਕਮ ਦੇ ਵਿੱਚ ਦੋ ਸ਼ਬਦ ਆਏ ਨੇ, ਇੱਕ ਹੁਕਮ ਇੱਕ ਰਜਾ। ਹੁਕਮ ਤੇ ਰਜਾ ਦੋਨੋਂ ਹੀ ਮੰਨਣ ਦੀ ਗੱਲ ਹੈ। ਜਦੋਂ ਮਾਲਕ ਹੁਕਮ ਕਰਦਾ ਤੇ ਮਾਲਕ ਦਾ ਜਿਹੜਾ ਪਿਆਰਾ ਨੌਕਰ ਹੈ, ਸੇਵਕ ਹੈ, ਸੇਵਕ ਆਪਣੇ ਮਾਲਕ ਦੇ ਹੁਕਮ ਨੂੰ ਸੱਤ ਕਰਕੇ ਮੰਨਦਾ ਹੈ। ਜਿਵੇਂ ਜਿਵੇਂ ਉਹ ਮਾਲਕ ਹੁਕਮ ਕਰਦਾ ਉਸੇ ਹੁਕਮ ਅਨੁਸਾਰ ਹੀ ਜਿਹੜਾ ਜੀਵ ਹੈ ਉਹ ਫਿਰ ਉਸੇ ਤਰ੍ਹਾਂ ਹੀ ਉਸ ਹੁਕਮ ਦੀ ਪਾਲਣਾ ਕਰਦਾ ਹੈ। ਜਿਵੇਂ ਸਤਿਗੁਰੂ ਮਹਾਰਾਜ ਨੇ ਭਾਈ ਲਹਿਣੀ ਜੀ ਨੂੰ ਆਖਿਆ, ਕਹਿੰਦੇ ਦੇਖ ਪੁਰਖਾ ਕਿੰਨੀ ਵੱਡੀ ਰਾਤ ਹੈ ਦਿਨ ਚੜ੍ਹਿਆ ਹੋਇਆ ਸੀ। ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਭਾਈ ਲਹਿਣਾ ਜੀ ਕਹਿਣ ਲੱਗੇ ਕਿ ਪਾਤਸ਼ਾਹ ਆਪ ਜੀ ਦੇ ਭਾਣੇ ਵਿੱਚ ਵੱਡੀ ਰਾਤ ਹੈ। ਕਹਿਣ ਲੱਗੇ ਦੇਖ ਪੁਰਖਾ ਕਿੱਡਾ ਵੱਡਾ ਦਿਨ ਚੜ੍ਹਦੀ ਰਾਤ ਦਾ ਸਮਾਂ। ਤੇ ਭਾਈ ਲਹਿਣਾ ਜੀ ਕਹਿਣ ਲੱਗੇ ਸਤਿਗੁਰੂ ਆਪ ਜੀ ਦੇ ਭਾਣੇ ਦੇ ਵਿੱਚ ਦਿਨ ਚੜ੍ਹਿਆ ਹੋਇਆ ਹੈ। ਤੇ ਇਸ ਤਰ੍ਹਾਂ ਪ੍ਰਭੂ ਦੇ ਜਿਹੜੇ ਪਿਆਰੇ ਨੇ ਨਾ, ਉਹ ਆਪਣੇ ਮਾਲਕ ਦੇ ਹੁਕਮ ਦੀ ਪਾਲਣਾ ਕਰਦੇ ਨੇ। ਤੇ ਸਤਿਗੁਰੂ ਕਹਿੰਦੇ ਨੇ ਦੂਜਾ ਸ਼ਬਦ ਹੈ ਰਜਾਈ ਰਜਾ। ਰਜਾ ਜਿਹਨੂੰ ਆਪਾਂ ਭਾਣਾ ਕਹਿ ਦਿੰਦੇ ਨੇ। ਭਾਣਾ ਸ਼ਬਦ ਜਿਹੜਾ ਹੈ ਸੁਣਨ ਨੂੰ ਬੜਾ ਛੋਟਾ ਹੈ। ਮੁੱਖੋਂ ਆਖੀਏ ਭਾਣਾ ਸਾਰੇ ਆਖ ਦੇਵਾਂਗੇ, ਪਰ ਭਾਣਾ ਮੰਨਣਾ ਬੜਾ ਔਖਾ ਹੈ। ਜਿਸ ਨੇ ਭਾਣਾ ਮੰਨਿਆ ਉਹ ਫਿਰ ਪਰਮਾਤਮਾ ਦੀ ਯਾਦ ਵਿੱਚ ਜੁੜ ਕੇ ਹਰ ਸਮੇਂ ਪਰਮਾਤਮਾ ਦੇ ਚਰਨਾਂ 'ਚ ਹੀ ਬੇਨਤੀ ਕਰਦੇ ਸਨ ਕਿ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ। ਕਿ ਪਰਮਾਤਮਾ ਅਸੀਂ ਤੇਰੇ ਦਰ ਤੋਂ ਨਾਮ ਰੂਪੀ ਪਦਾਰਥ ਮੰਗਦੇ ਆ, ਬਸ ਸਾਨੂੰ ਇਹ ਦੇਈ ਚੱਲ। ਜੋ ਤੂੰ ਕਰਦਾ ਸਾਨੂੰ ਦੁੱਖ ਆਇਆ, ਸੁੱਖ ਆਇਆ, ਖੁਸ਼ੀ ਆਈ, ਗਮੀ ਆਈ, ਤੇ ਪਰਮਾਤਮਾ ਇਹ ਸਾਰੀ ਤੇਰੀ ਰਜਾ ਹੈ। ਸਾਨੂੰ ਆਪਣੀ ਰਜਾ ਵਿੱਚ ਰਹਿਣ ਦਾ ਬਲ ਬਖਸ਼ਿਸ਼ ਕਰਨਾ। ਜਦੋਂ ਇਸ ਤਰੀਕੇ ਨਾਲ ਗੁਰੂ ਸਵਾਰੇ ਆਪਾਂ ਮਾਲਕ ਦੇ ਚਰਨਾਂ 'ਚ ਬੇਨਤੀ ਕਰਾਂਗੇ ਤੇ ਮਾਲਕ ਵਾਹਿਗੁਰੂ ਸਾਡੇ ਉੱਤੇ ਪ੍ਰਸੰਨ ਹੋਵੇਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇੱਕ ਵਾਰ ਜਿਹਦੇ 'ਚ ਭਾਈ ਸਾਹਿਬ ਜੀ ਭਾਣੇ ਦੀ ਹੁਕਮ ਦੀ ਰਜਾ ਦੀ ਗੱਲ ਕਰਦੇ ਨੇ ਕਿ ਗੁਰਸਿੱਖ ਦਾ ਜੀਵਨ ਕਿਹੋ ਜਿਹਾ, ਕਿ ਗੁਰਸਿੱਖ ਕਿਵੇਂ ਉਸ ਮਾਲਕ ਦੀ ਰਜਾ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ। ਤੇ ਭਾਈ ਸਾਹਿਬ ਜੀ ਦੇ ਬਚਨ ਹਨ ਕਿ ਹਉਮੈ ਗਰਭ ਨਿਵਾਰੀਐ ਗੁਰਮੁਖ ਹਿਰਦੈ ਗਰੀਬੀ ਆਵੈ ਗਿਆਨ ਮਤੀ ਘਟ ਚਾਨਣਾ ਭਰਮ ਅਗਿਆਨ ਅੰਧੇਰ ਚੁਕਾਵੇ। ਕਹਿੰਦੇ ਨੇ ਸਭ ਤੋਂ ਪਹਿਲਾਂ ਇਹ ਜੀਵ ਇਹ ਸਿੱਖਾ ਤੂੰ ਆਪਣੇ ਹਿਰਦੇ ਅੰਦਰੋਂ ਹਉਮੈ ਨੂੰ ਖਤਮ ਕਰ, ਹੰਕਾਰ ਨੂੰ, ਗਰਭ ਹੰਕਾਰ ਹਉਮੈ ਮੈਂ ਇਹਨੂੰ ਕਹਿੰਦੇ ਖਤਮ ਕਰ ਦੇ, ਇਹਨੂੰ ਤਿਆਗ ਦੇ। ਜਦੋਂ ਗੁਰੂ ਦੇ ਦਰ 'ਤੇ ਚੱਲ ਕੇ ਆਉਣਾ ਨਾ, ਆਪਣੇ ਘਰੋਂ ਆਪਾਂ ਚੱਲੇ ਆ, ਆਪਣੀ ਸਿਆਣਪ ਆਪਣੀ ਮੱਤ ਨੂੰ ਆਪਾਂ ਪਿੱਛੇ ਛੱਡ ਕੇ ਆਉਣਾ,
गुरु के दर ते आण तो भाव है कि गुरु पातशाह के दर जिथे आप मत्था टेक के परिक्रमा करके गुरु की हजूरी च बहिंदे हैं, उत्थे नाल ये है कि सतगुरु असी तुहाडी मत लैण वास्ते आए हाँ, किरपा करो सतगुरु जी, सानू श्रेष्ठ अकल बख्शो, वो गुरमुखां वाली अकल बख्शो, ताकि साडा जीवन गुरमुखां जैसा बन जाए। जदों असी फिर अपनी मत का अपनी मत का इस्तेमाल करते हैं तो उदों फिर इसका मतलब कि साडे अंदर मैं है, साडे अंदर हुम है, हंकार है, तो हंकार परमात्मा नूं चंगा नहीं लगता। भाई गुरदास जी कहते ने सब तो पहला तू अपने अंदर होमै नूं त्याग पाई सिखा। दूजा है गर्व, जिहड़ा हंकार, इनू त्याग दे, क्योंकि मनुख नूं माण हो जाता। मनुख दे घर विच गरीबी है, जीव दे कोल गरीबी दे च अपने जीवन नूं बतीत कर रहा। परमात्मा ने ऐसी खेड़ बरताई, कर्म जागे, धन संपदा आ गई, 4 प्रकार के पदार्थ आ गए, तो 4 प्रकार के पदार्थों को प्राप्त करके फिर इन्ना मस्त हो गया कि मनुख के अंदर हंकार आ गया। हालांकि जिहड़ियां ये दातां मिलियां ने, दातां प्राप्त करके परमात्मा का शुक्र करना सी, धन्नवाद करना सी, पर धन्नवाद नहीं गुरु सवरे किया, हंकार भी चपरिया रहा। जिस करके इस तरह का सतगुरु नूं चंगा नहीं लगता, क्योंकि जो कुछ भी है जो कुछ सानू साडे कोल है, इत्थों तक साडा जिहड़ा शरीर है, ये शरीर भी वाहिगुरू दा दिता होया है। वाहिगुरू इस शरीर के राही यात्रा करवा रहा जीव की। जदों यात्रा पूरी हुंदी है तो इसे शरीर नूं छड्ड के जीव जिहड़ा है पंछी दी नहीं उडारी मार के चलिया जाता। तो प्रभु के प्यारे जिहड़े ने प्रभु की रजा विच भाणे विच रह के अपने जीवन नूं बतीत करते हैं। तो भाई गुरदास जी कहते ने गुरमुख हृदय गरीबी आवे। जिहड़े गुरमुख जन हुंदे ने ना, गुरु के सन्मुख रहण वाले, गुरु की सिक्ख्या अनुसार चलण वाले, उन्हां दे हिरदे विच कहंदे गरीबी आ जाती, निमरता आ जाती है। कहंदे इस तरह ज्ञान मती घट चानना, भरम अज्ञान अंधेर गवावे। तो दूजा वचन भाई साहब ने कीता, कहंदे ऐ जीव तेरे अंदर भरम है, अज्ञानता है, तुसे ही अज्ञानता विच डुबिया फिरदा है। पर जदों तू गुरु के सन्मुख आ गया, गुरु ने तेरे उत्ते बख्शिश की, तैनूं ज्ञान की दात देना की, तो उस ज्ञान के राही तेरे अंदरों भरम भी मुक गया, तेरे अंदरों जिहड़ा अज्ञानता भी खत्म हो गई है। हउम हंकार इत्यादि उस ज्ञान के राही सतगुरु ने सब खत्म कर दिता। तो अगला वचन भाई साहब जी करते हैं, कहते ने ज्ञान मती घट चानना, भरम अज्ञान अंधेर मटावै। कहते इस तरह भरम ने अज्ञानता का हनेरे नूं कहते वो जीव मटा दिंदा है। कहते ने दुनिया विच परौहना, दावा छड्ड रहा लै दावा। कहते भाई दुनिया संसार भी तू परौहणचारी विच आया। मेहमान घर विच आउंदे ने, मेहमान जदों एक दिन दो दिन, अजकल तो भी समा खत्म हो गया, कुछ समय लिए घंटियां बधी आउंदे ने। जे सवेरे आए तो दोपहर नूं मुड़ जांदे, किसी को समा नहीं है। पुराने समयां दे विच मेहमान आउंदे सी ते एक दिन दो दिन रहना ते फिर गुरु सरे वापस मुड़ जाना। तो सतगुरु कहते ने भाई गुरदास जी कहते ऐ जीव संसार विच तूं भी एक परौहणचारी विच आया होया। जदों तू वध तो वध तू 10 साल 20 साल 15 साल 30 साल 50 साल 70 80 साल इन्ना समा तेरा संसार च रहण दा, एक दिन तैं अपने घर वापस जाना ही है। कहते इस करके दावे करने छड्ड दे, दावे त्याग दे, तेरा इत्थे कुछ भी नहीं, आपां सारे ही मुसाफर हाँ। तो सतगुरु जी कहते ने भाणा मन्नै मन्नीऐ, अपना भाणा आप मनावे। जेकर कोई जीव आख दे ना कि मैं भाणा नहीं मनना, मैं रजा विच नहीं रहना, मैं अपने मन की मर्जी करनी है,
ਤੇ ਵੱਡੇ ਵੱਡੇ ਐਸੇ ਹੋਏ ਜਿਹੜੇ ਇਸ ਤਰ੍ਹਾਂ ਆਖਦੇ ਸਨ, ਉਹਨਾਂ ਤੋਂ ਪਾਤਸ਼ਾਹ ਨੇ ਆਪਣਾ ਭਾਣਾ ਆਪ ਮਨਾਣਾ ਕੀਤਾ ਹੈ। ਇਹ ਆ ਗੁਰੂ ਸਵਾਰੇ ਪਰਮੇਸ਼ਰ ਦਾ ਭਾਣਾ। ਰੱਬ ਦੇ ਪਿਆਰੇ ਜਿਹੜੇ ਗੁਰਮੁਖ ਜਨ ਨੇ ਨਾ, ਗੁਰੂ ਦੇ ਪਿਆਰੇ ਹਨ, ਉਹ ਪ੍ਰਭੂ ਦੀ ਰਜਾ ਦੇ ਵਿੱਚ ਹਰ ਸਮੇਂ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਦੀਵਾਨ ਸਜੇ ਨੇ। ਸਜੇ ਹੋਏ ਦੀਵਾਨਾਂ ਦੇ ਵਿੱਚ ਸਤਿਗੁਰੂ ਜੀ ਵਿਚਾਰ ਕਰ ਰਹੇ ਨੇ ਕਿ ਗੁਰਮੁਖ ਜਿਹੜੇ ਨੇ ਉਹ ਪ੍ਰਭੂ ਦੀ ਰਜਾ ਵਿੱਚ ਭਾਣੇ ਵਿੱਚ ਰਹਿੰਦੇ ਨੇ। ਤੇ ਇੱਕ ਸਿੱਖ ਜਿਹਦਾ ਨਾਮ ਇਤਿਹਾਸਕਾਰ ਨੇ ਭਾਈ ਗੁਰਮੁਖ ਲਿਖਣਾ ਕੀਤਾ ਹੈ। ਇਹ ਭਾਈ ਗੁਰਮੁਖ ਜੀ ਨੇ ਸਤਿਗੁਰੂ ਨੂੰ ਸਜਦਾ ਕੀਤਾ, ਸਮਾਂ ਪਾ ਕੇ ਸਵਾਲ ਕੀਤਾ। ਕਹਿਣ ਲੱਗੇ, ਪਾਤਸ਼ਾਹ ਆਪ ਜੀ ਨੇ ਇਹ ਬਚਨ ਕੀਤੇ ਗੁਰਮੁਖ ਰਜਾ ਵਿੱਚ ਰਹਿਣ ਵਾਲੇ, ਭਾਣੇ ਵਿੱਚ ਰਹਿਣ ਵਾਲੇ ਹਨ, ਭਾਣੇ ਤੋਂ ਉਲਟ ਕਰਮ ਨਹੀਂ ਕਰਦੇ। ਸਤਿਗੁਰੂ ਜੀ ਕੋਈ ਇਹੋ ਜਿਹਾ ਵੀ ਹੈ ਗੁਰਮੁਖ ਜਿਹੜਾ ਗੁਰਮੁਖ ਰੋਮ ਰੋਮ ਧਿਆਵੇ? ਤੇ ਸਤਿਗੁਰੂ ਅਜੋਕੇ ਸਨ, ਇਹੋ ਜਿਹਾ ਜੀਵ ਹੋ ਸਕਦਾ ਹੈ? ਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਭਾਈ ਗੁਰੂ ਨਾਨਕ ਦੇ ਘਰ ਵਿੱਚ ਬਹੁਤ ਸਾਰੇ ਐਸੇ ਨੇ ਜਿਹੜੇ ਪ੍ਰਭੂ ਦੀ ਰਜਾ ਨੂੰ, ਗੁਰੂ ਦੀ ਰਜਾ ਨੂੰ ਮਿੱਠਾ ਕਰਕੇ ਮੰਨਦੇ ਨੇ। ਕਹਿੰਦੇ ਚੱਲ ਇੰਝ ਕਰ, ਗੁਜਰਾਤ ਦੀ ਧਰਤੀ 'ਤੇ ਜਾ, ਉੱਥੇ ਸਾਡਾ ਇੱਕ ਸਿੱਖ ਰਹਿੰਦਾ ਹੈ ਜਿਹਦਾ ਨਾਮ ਹੈ ਭਾਈ ਭਿਖਾਰੀ। ਤੇ ਕੁਝ ਨਹੀਂ ਉਹਨੂੰ ਪੁੱਛਣਾ, ਜਾ ਕੇ ਉਹਨੂੰ ਮਿਲਣਾ, ਉਹਦੇ ਕੋਲ ਕੁਝ ਦਿਨ ਬਤੀਤ ਕਰਨ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਗੁਰਮੁਖ ਜਿਹੜੇ ਕਿਸ ਤਰ੍ਹਾਂ ਰਜਾ ਵਿੱਚ, ਭਾਣੇ ਵਿੱਚ ਰਹਿੰਦੇ ਨੇ। ਕਹਿੰਦੇ ਨੇ ਉਸ ਸਮੇਂ ਇਹ ਗੁਰਮੁਖ ਭਾਈ ਗੁਰਮੁਖ ਜੀ ਚੱਲੇ ਨੇ ਪੰਜਾਬ ਦੀ ਧਰਤੀ ਤੋਂ, ਕ੍ਰਮਵਾਰ ਪੈਂਡਾ ਤਹਿ ਕੀਤਾ। ਕੁਝ ਕੁ ਦਿਨਾਂ ਬਾਅਦ ਕਹਿੰਦੇ ਨੇ ਗੁਜਰਾਤ ਦੀ ਧਰਤੀ 'ਤੇ ਇਹ ਜਾ ਕੇ ਪਹੁੰਚ ਗਏ। ਭਾਈ ਭਿਖਾਰੀ ਜੀ ਘਰ ਵਿੱਚ ਹਨ। ਆਵਾਜ਼ ਦਿੱਤੀ। ਜਦੋਂ ਭਾਈ ਭਿਖਾਰੀ ਜੀ ਨੇ ਆਵਾਜ਼ ਸੁਣੀ, ਚਾਅ ਚੜ੍ਹ ਗਿਆ ਕਿ ਮੇਰੇ ਗੁਰੂ ਦੇ ਦਰ ਤੋਂ, ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਸਿੱਖ ਚੱਲ ਕੇ ਆਇਆ। ਤੇ ਭਾਈ ਸਾਹਿਬ ਜੀ ਨੇ ਬੜੀ ਟਹਿਲ ਸੇਵਾ ਕੀਤੀ, ਪ੍ਰਸ਼ਾਦਾ ਪਾਣੀ ਛਕਾਇਆ, ਹਰੇਕ ਪ੍ਰਕਾਰ ਦਾ ਖਿਆਲ ਰੱਖਿਆ। ਗੁਰੂ ਦੀਆਂ ਕਥਾ ਕਹਾਣੀਆਂ ਇੱਕ ਦੂਜੇ ਨਾਲ ਸਾਂਝੀਆਂ ਪਾਉਂਦੇ ਨੇ। ਫਿਰ ਭਾਈ ਸਾਹਿਬ ਜੀ ਲੰਗਰ ਪਾਣੀ ਛਕਾਉਣ ਉਪਰੰਤ ਤੇ ਭਾਈ ਸਾਹਿਬ ਦੇ ਲੜਕੇ ਦੀ ਸ਼ਾਦੀ ਹੈ। ਜਿੰਨੇ ਵੀ ਗਹਿਣੇ ਗੱਟਾ ਵਸਤਰ ਇਤਿਆਦਿਕ ਤਿਆਰ ਕੀਤੇ ਨੇ, ਉਹ ਸਭ ਕੁਝ ਭਾਈ ਗੁਰਮੁਖ ਨੂੰ ਦਿਖਾਣਾ ਕੀਤੀ। ਉਹ ਵਸਤੂਆਂ ਦਿਖਾਈਆਂ। ਫਿਰ ਇੱਕ ਘਰ ਵਿੱਚ ਪਾਟੀ ਹੋਈ ਪੱਲੀ ਪਈ ਸੀ ਤੇ ਭਾਈ ਸਾਹਿਬ ਜੀ ਉਸ ਪੱਲੀ ਨੂੰ ਤੋਪੇ ਲਾ ਰਹੇ ਨੇ। ਤੇ ਭਾਈ ਗੁਰਮੁਖ ਜੀ ਦੇਖ ਕੇ ਹੈਰਾਨ ਹੋ ਗਏ। ਕਹਿਣ ਲੱਗੇ, ਭਾਈ ਸਾਹਿਬ ਜੀ ਤੁਹਾਡੇ ਬੇਟੇ ਦੀ ਸ਼ਾਦੀ, ਖੁਸ਼ੀਆਂ ਦਾ ਸਮਾਂ ਘਰ ਵਿੱਚ, ਤੇ ਤੁਸੀਂ ਇਹ ਪਾਟੀ ਹੋਈ ਪੱਲੀ ਨੂੰ, ਦਰੀ ਨੂੰ ਇਸ ਤਰ੍ਹਾਂ ਤੁਸੀਂ ਤੋਪੇ ਲਾ ਰਹੇ ਨੇ। ਤੁਹਾਨੂੰ ਪਤਾ ਇਹ ਕਦੋਂ ਵਰਤੀ ਜਾਂਦੀ ਹੈ? ਜਦੋਂ ਘਰ ਵਿੱਚ ਕੋਈ ਅਣਸੁਖਾਵੀ ਘਟਨਾ ਵਾਪਰ ਜਾਵੇ, ਕੋਈ ਜੀਵ ਘਰ ਦਾ ਚਲਿਆ ਜਾਵੇ, ਉਦੋਂ ਫਿਰ ਇਹ ਜਿਹੜੀ ਇਹੋ ਜਿਹੀਆਂ ਚੀਜ਼ਾਂ ਵਿਛਾਈਆਂ ਜਾਂਦੀਆਂ ਨੇ। ਤੇ ਭਾਈ ਗੁਰਮੁਖ ਜੀ ਕਹਿਣ ਲੱਗੇ ਕਿ ਸਮੇਂ ਅਨੁਸਾਰ ਤੁਹਾਨੂੰ ਸਭ ਕੁਝ ਪਤਾ ਲੱਗ ਜਾਵੇਗਾ। ਆਪਣਾ ਕੰਮ ਕਰਦੇ ਨੇ। ਵਿਆਹ ਦਾ ਦਿਨ ਆਇਆ, ਬਰਾਤ ਗਈ ਹੈ, ਰਿਸ਼ਤੇਦਾਰ ਆਏ ਤੇ ਭਾਈ ਗੁਰਮੁਖ ਵੀ ਨਾਲ ਗਏ ਨੇ। ਕਹਿੰਦੇ ਇਸ ਤਰ੍ਹਾਂ ਜਦੋਂ ਪਹੁੰਚੇ ਨੇ, ਭਾਈ ਸਾਹਿਬ ਦੇ ਲੜਕੇ ਦੀ ਸ਼ਾਦੀ ਹੋਈ, ਆਨੰਦ ਕਾਰਜ ਹੋਇਆ। ਆਨੰਦ ਕਾਰਜ ਹੋਣ ਉਪਰੰਤ ਜਦੋਂ ਘਰ ਦੇ ਵਿੱਚ ਪਹੁੰਚੇ ਨਾ, ਘਰ ਵਿੱਚ ਪਹੁੰਚੇ ਨੇ, ਪਤੀ ਪਤਨੀ ਦਾ ਮਿਲਾਪ ਹੋਣਾ ਹੈ। ਮਿਲਾਪ ਹੋਣ ਤੋਂ ਪਹਿਲਾਂ ਹੀ ਭਾਈ ਭਿਖਾਰੀ ਦੇ ਲੜਕੇ ਦੇ ਪੇਟ 'ਚ ਸੂਲ ਉੱਠਿਆ, ਦਰਦ ਹੋਈ ਤੇ ਲੜਕਾ ਚੜ੍ਹਾਈ ਕਰ ਗਿਆ। ਲੜਕੇ ਦੀ ਮੌਤ ਹੋ ਗਈ। ਮੌਤ ਹੋਈ ਹੈ ਤੇ ਭਾਈ ਭਿਖਾਰੀ ਨੇ ਉਹੀ ਪਾਟੀ ਹੋਈ ਪੱਲੀ ਦਰੀ ਜਿਹੜੀ ਸੀ, ਜਿਹਨੂੰ ਭਾਈ ਤੋਪੇ ਲਾ ਰਹੇ ਸਨ, ਉਹ ਘਰ ਵਿੱਚ ਵਿਛਾ ਦਿੱਤੀ। ਜਿੱਥੇ ਹੁਣ ਘਰ 'ਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਇਸ ਤਰ੍ਹਾਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਸਨ, ਤੇ ਹਰਖ ਹੁਣ ਗੁਰੂ ਸਵਾਰੇ ਸੋਗ ਵਿੱਚ ਬਦਲ ਗਿਆ, ਦੁੱਖ ਵਿੱਚ ਤਬਦੀਲ ਹੋ ਗਿਆ। ਸਾਰੇ ਰੋਂਦੇ ਨੇ, ਕੁਰਲਾਉਂਦੇ ਨੇ, ਪਰ ਭਾਈ ਭਿਖਾਰੀ ਜੀ ਇੱਕ ਸਾਂ ਬਿਰਤੀ।
ਕਹਿੰਦੇ ਨੇ ਬੱਚੇ ਦਾ ਜਿਹੜਾ ਅੰਤਮ ਸੰਸਕਾਰ ਕੀਤਾ ਗਿਆ, ਸੰਸਕਾਰ ਕਰਨ ਤੋਂ ਬਾਅਦ ਜਦੋਂ ਸਾਰੀ ਰਸਮ ਨਿਭਾ ਦਿੱਤੀ ਗਈ ਹੈ ਤੇ ਭਾਈ ਗੁਰਮੁਖ ਨੇ ਭਾਈ ਭਿਖਾਰੀ ਜੀ ਨੂੰ ਸਵਾਲ ਕੀਤਾ। ਭਾਣੇ ਦੀ ਗੱਲ ਹੈ, ਸਵਾਲ ਕੀਤਾ। ਕਹਿਣ ਲੱਗੇ, ਭਾਈ ਸਾਹਿਬ ਜੀ ਤੁਸੀਂ ਇਹ ਦੱਸੋ, ਤੁਹਾਨੂੰ ਪਤਾ ਸੀ ਕਿ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣਾ। ਜਿਸ ਤੱਕ ਮੈਨੂੰ ਪਤਾ ਲੱਗਿਆ ਤੁਸੀਂ ਇਹਨੂੰ ਤੋਪੇ ਲਾ ਰਹੇ ਸਨ, ਇਹੀ ਦਰੀ ਕਿੱਥੇ ਘਰ ਵਿੱਚ ਵਿਛਾਈ ਹੈ। ਮੈਂ ਇਹ ਗੱਲ ਜਾਣ ਗਿਆ ਕਿ ਤੁਹਾਨੂੰ ਪਤਾ ਸੀ ਕਿ ਤੁਹਾਡੇ ਪੁੱਤਰ ਨੇ ਚੜ੍ਹਾਈ ਕਰ ਜਾਣਾ। ਜੇ ਪੁੱਤਰ ਨੇ ਚੜ੍ਹਾਈ ਕਰਨਾ ਸੀ, ਪਰ ਇਸ ਨੌਜਵਾਨ ਲੜਕੀ ਦੀ ਜ਼ਿੰਦਗੀ ਖਰਾਬ ਕੀਤੀ ਹੈ। ਉਹ ਨੌਜਵਾਨ ਅਵਸਥਾ ਵਿੱਚ ਹਾਲੇ ਪਤੀ ਨਾਲ ਮਿਲਾਪ ਵੀ ਨਹੀਂ ਹੋਇਆ, ਵਿਧਵਾ ਹੋ ਗਈ। ਤੇ ਦੂਜੀ ਗੱਲ ਹੈ, ਜੇ ਤੁਹਾਡੇ ਪੁੱਤਰ ਨੇ ਚੜ੍ਹਾਈ ਤੁਹਾਨੂੰ ਪਤਾ ਸੀ, ਤੁਹਾਡੀ ਗੁਰੂ ਨਾਲ ਇੰਨੀ ਨੇੜਤਾ ਹੈ, ਤੁਸੀਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕਰ ਸਕਦੇ ਸੀ ਤੇ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਕੇ ਆਪਣੇ ਪੁੱਤਰ ਦੀ ਉਮਰ ਵਧਾ ਸਕਦੇ ਸੀ। ਦੋਨੋਂ ਸਵਾਲ ਕੀਤੇ। ਭਾਈ ਭਿਖਾਰੀ ਨੇ ਉੱਤਰ ਦੇਣਾ ਕੀਤਾ। ਕਹਿਣ ਲੱਗੇ, ਜਿਹੜਾ ਇਹ ਲੜਕੀ ਨਾਲ ਮੇਰੇ ਲੜਕੇ ਦੀ ਸ਼ਾਦੀ ਹੋਣੀ ਸੀ, ਇਹ ਵਾਹਿਗੁਰੂ ਦੇ ਸੰਜੋਗ ਲਿਖੇ ਹੋਏ ਸਨ, ਇਹ ਹੋ ਕੇ ਰਹਿਣੇ ਸੀ। ਮਿਲਾਪ ਤੋਂ ਪਹਿਲਾਂ ਵਿਛੋੜਾ ਪੈਣਾ ਸੀ, ਇਹ ਉਸ ਮਾਲਕ ਦੀ ਰਜ਼ਾ ਹੈ। ਦੂਜੀ ਗੱਲ ਹੈ ਕਿ ਆਪਣੇ ਪੁੱਤਰ ਦੀ ਲੰਬੇਰੀ ਉਮਰ ਲਈ ਸਤਿਗੁਰ ਦੇ ਚਰਨਾਂ 'ਚ ਬੇਨਤੀ ਕਰਦੇ। ਤੇ ਭਾਈ ਗੁਰਦਾਸ ਜੀ ਭਾਈ ਸਾਹਿਬ ਜੀ ਕਹਿਣ ਲੱਗੇ, ਭਿਖਾਰੀ ਜੀ ਕਿ ਇਹ ਭਾਣੇ ਤੋਂ ਉਲਟ ਹੈ। ਜਿਹੜਾ ਗੁਰੂ ਦਾ ਪਿਆਰਾ ਹੈ, ਪ੍ਰਭੂ ਦਾ ਪਿਆਰਾ, ਉਹ ਪ੍ਰਭੂ ਦੀ ਰਜ਼ਾ ਵਿੱਚ ਰਹਿੰਦਾ, ਗੁਰੂ ਦੇ ਭਾਣੇ ਵਿੱਚ ਲੈਂਦਾ ਹੈ। ਜੇ ਭਾਣੇ ਤੋਂ ਇਸ ਤਰ੍ਹਾਂ ਆਪਣੇ ਪੁੱਤਰ ਦੀ ਉਮਰ ਮੈਂ ਵਧਾ ਲੈਂਦਾ ਤੇ ਭਾਣੇ ਦੇ 'ਚ ਫਰਕ ਪੈਣਾ ਸੀ। ਜਿਹੜਾ ਗੁਰਮੁਖ ਹੈ, ਗੁਰਮੁਖ ਤੇਰਾ ਭਾਣਾ ਭਾਵ ਹੈ। ਗੁਰਮੁਖ ਤਾਂ ਤੇਰੀ ਰਜ਼ਾ ਵਿੱਚ ਚੱਲਦਾ ਹੈ, ਉਸ ਮਾਲਕ ਦੀ ਰਜ਼ਾ ਹੁਕਮ ਦੀ ਪਾਲਣਾ ਕਰਦਾ ਹੈ। ਜਦੋਂ ਭਾਈ ਗੁਰਮੁਖ ਜੀ ਨੇ ਭਾਈ ਭਿਖਾਰੀ ਜੀ ਪਾਸੋਂ ਇਹ ਬੋਲ ਸੁਣੇ, ਇੰਨਾ ਪ੍ਰਭਾਵਿਤ ਹੋ ਗਿਆ ਤੇ ਕਹਿਣ ਲੱਗਿਆ, ਮੁੱਖੋਂ ਇੱਕ ਬੋਲ ਨਿਕਲਿਆ। ਕਹਿਣ ਲੱਗਿਆ, ਧੰਨ ਹੈ ਗੁਰੂ, ਧੰਨ ਹੈ ਗੁਰੂ ਦੇ ਸਿੱਖ, ਜਿਹੜੇ ਪਰਮਾਤਮਾ ਦੀ ਰਜ਼ਾ ਵਿੱਚ ਗੁਰੂ ਦੇ ਭਾਣੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਦੇ ਹਨ। ਤੇ ਇਸ ਤਰ੍ਹਾਂ ਗੁਰੂ ਸਵਾਰੇ ਇਹ ਭਾਣਾ ਹੈ। ਜਿਨ੍ਹਾਂ ਨੇ ਭਾਣਾ ਮੰਨਿਆ ਨਾ, ਭਾਣੇ ਨੂੰ ਸੱਤ ਕਰਕੇ ਆਪਣਾ ਭਾਣਾ ਮੰਨੀ ਆਪਣਾ ਭਾਣਾ ਆਪ ਮਨਾਵੇ। ਜੇ ਨਹੀਂ ਮੰਨਾਂਗੇ ਤੇ ਆਪਾਂ ਕੀ ਕਰ ਸਕਦੇ ਹਾਂ? ਸਾਡੇ ਡਾਢੇ ਅੱਗੇ ਕਿਸੇ ਜ਼ੋਰ ਨਹੀਂ ਚੱਲਦਾ। ਉਸ ਮਾਲਕ ਨੂੰ ਆਪਣਾ ਭਾਣਾ ਮਨਾਉਣਾ ਹੁੰਦਾ ਹੈ। ਜੇ ਆਪਾਂ ਵਿਚਾਰ ਕੇ ਦੇਖੀਏ ਨਾ, ਅੱਜ ਆਪਾਂ ਕਹਿ ਦਈਏ ਕਿ ਹਰ ਇੱਕ ਦਾ ਆਪਣੇ ਪਰਿਵਾਰ ਨਾਲ ਮੋਹ, ਪੁੱਤਰ ਧੀਆਂ ਹਨ, ਮਾਤਾ ਪਿਤਾ ਦਾਦਾ ਦਾਦੀ ਹਨ, ਤੇ ਆਪਾਂ ਇਹ ਸੋਚਦੇ ਹਾਂ, ਸਾਡੀ ਸਾਰਿਆਂ ਦੀ ਸੋਚ ਇਹ ਹੈ ਕਿ ਸਾਡਾ ਜੀ ਘਰ ਦਾ ਕੋਈ ਚੜ੍ਹਾਈ ਨਾ ਕਰੇ, ਸਾਡੇ ਕਿਸੇ ਵੀ ਜੀ ਦੀ ਮੌਤ ਨਾ ਹੋਵੇ। ਪਰ ਜੇ ਆਪਾਂ ਵਿਚਾਰ ਕੇ ਦੇਖੀਏ, ਅੱਜ ਆਪਾਂ ਕਹਿ ਦਈਏ ਕਿ ਕਿਸੇ ਵੀ ਜੀਵ ਦੀ ਮੌਤ ਨਾ ਹੋਵੇ, ਸਾਡਾ ਕੋਈ ਨਾ ਮਰੇ, ਤੇ ਧਰਤੀ ਉੱਤੇ ਇੰਨੇ ਜੀਵਾਂ ਦੀ ਵਸੋਂ ਹੋ ਜਾਣੀ ਹੈ, ਇੰਨੇ ਜੀਵ ਹੋ ਜਾਣੇ ਨੇ ਕਿ ਸਾਨੂੰ ਖਲੋਣ ਨੂੰ ਥਾਂ ਨਹੀਂ ਮਿਲਣੀ ਕਿਤੇ ਵੀ। ਪਰਮਾਤਮਾ ਨੇ ਹੀ ਇਹ ਵਿਧਾਨ ਬਣਾਇਆ, ਪੈਦਾ ਕਰਦਾ, ਫਿਰ ਲਹਿਤਾ ਕਰਦਾ, ਪਾਲਣਾ ਪੋਸ਼ਣਾ ਕਰਦਾ, ਉਹਦੇ ਹੁਕਮ ਦੇ ਵਿੱਚ ਹੈ। ਤੇ ਗੁਰਮੁਖ ਜਨ ਉਸ ਹੁਕਮ ਨੂੰ ਮੰਨਦੇ ਹਨ, ਰਜ਼ਾ ਨੂੰ ਮਿੱਠਾ ਕਰਕੇ ਮੰਨਦੇ ਹਨ, ਤੇ ਇਸ ਤਰ੍ਹਾਂ ਸੱਚ ਨੂੰ ਉਹ ਕਬੂਲਦੇ ਹਨ, ਦਰ ਸੱਚ ਉੱਤੇ ਪਹਿਰਾ ਦਿੰਦੇ ਹਨ। ਤੇ ਸਤਿਗੁਰੂ ਕਹਿੰਦੇ ਨੇ ਇਸ ਤਰ੍ਹਾਂ ਉਹ ਮਾਲਕ ਦੇ ਦਰ 'ਤੇ ਫਿਰ ਪ੍ਰਵਾਨ ਹੁੰਦੇ ਹਨ। ਤੇ ਪਾਤਸ਼ਾਹ ਜੀ ਅਗਲੀ ਪੰਕਤੀ 'ਚ ਬਖਸ਼ਿਸ਼ ਕਰਦੇ ਹਨ, ਕਹਿੰਦੇ ਸਾਹਿਬ ਲੇਖਾ ਮੰਗ ਸੀ, ਦੁਨੀਆ ਦੇਖ ਨਾ ਭੂਲ। ਇਹ ਜੀਵ ਸਾਹਿਬ ਲੇਖਾ ਮੰਗ ਸੀ। ਜਦੋਂ ਮਾਲਕ ਦੀ ਦਰਗਾਹ ਵਿਖੇ ਤੂੰ ਜਾਵੇਗਾ ਨਾ, ਮਾਲਕ ਦੀ ਦਰਗਾਹ ਵਿਖੇ ਪਹੁੰਚ ਕੇ ਉੱਥੋਂ ਤੇ ਤੋਂ ਲੇਖਾ ਜੋਖਾ ਕੀਤਾ ਜਾਵੇਗਾ। ਦੁਨੀਆ ਦੋ ਨੀਵਾਂ ਵਾਲੀ, ਦੋ ਨੀਵਾਂ ਵਾਲੀ ਹੈ। ਇਸ ਦੁਨੀਆ ਨੂੰ ਜਿਹਦੀਆਂ ਨੀਵਾਂ ਦੋ ਹਨ, ਕਹਿੰਦੇ ਇਹਨੂੰ ਦੇਖ ਕੇ ਭੁੱਲਣਾ ਨਾ ਕਰ, ਤੂੰ ਉਸ ਮਾਲਕ ਦਾ ਸਿਮਰਨ ਕਰਨਾ ਕਰ। ਲੇਖਾ ਰੱਬ ਮੰਗੇਸੀਆ, ਬੈਠਾ ਕੱਢ
ਬਹੀ। ਵਾਹਿਗੁਰੂ ਦੀ ਦਰਗਾਹ ਵੇਖੇ ਜਦੋਂ ਮਨੁੱਖ ਜਾਂ ਜੀਵ ਜਾਂਦਾ ਨਾ ਸੰਸਾਰ ਤੋਂ ਸਫ਼ਰ ਕਰਕੇ, ਕਿਉਂਕਿ ਗੁਰਬਾਣੀ ਕਹਿ ਰਹੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕੇ ਜਿਹਨੂੰ ਮੱਥਾ ਟੇਕਦੇ ਆ, ਅਤੇ ਸਤਿਗੁਰੂ ਕਹਿੰਦੇ ਨੇ ਜਦੋਂ ਉਸ ਮਾਲਕ ਦੀ ਦਰਗਾਹ ਵਿਖੇ ਜਾਵੇਗਾ ਤੇ ਪਰਮਾਤਮਾ ਦਾ ਬਈ ਖਾਤਾ ਪਰਮਾਤਮਾ ਖੋਲ੍ਹ ਲੈਂਦਾ, ਅਤੇ ਉਦੋਂ ਫਿਰ ਲੇਖਾ ਮੰਗਿਆ ਜਾਂਦਾ ਹੈ। ਉੱਥੇ ਫਿਰ ਸੱਚ ਦਾ ਨਿਬੇੜਾ ਹੁੰਦਾ ਹੈ। ਦੁਨਿਆਵੀ ਅਦਾਲਤਾਂ ਦੇ ਕੋਰਟ ਕਚਹਿਰੀਆਂ ਦੇ ਵਿੱਚ ਆਪਾਂ ਜਿਹੜੇ ਗਵਾਹ ਨੇ, ਗਵਾਹਾਂ ਨੂੰ ਖਰੀਦ ਕੇ ਦੋਸ਼ੀ ਨਿਰਦੋਸ਼ ਸਾਬਤ ਹੋ ਸਕਦੇ ਨੇ, ਪਰ ਮਾਲਕ ਦੀ ਦਰਗਾਹ ਵਿਖੇ ਨਹੀਂ। ਉੱਥੇ ਤਾਂ ਸੱਚ ਦਾ ਨਿਬੇੜਾ ਹੋਣਾ ਹੈ। ਉੱਥੇ ਸੱਚੋ ਹੀ ਸੱਚ ਨਿਬੜ ਹੈ। ਚੁਣ ਬਖ ਕੱਢੇ ਜੱਜ ਮਾਲਿਆ। ਉੱਥੇ ਸੱਚ ਦਾ ਨਿਬੇੜਾ ਹੋਣਾ ਹੈ। ਉੱਥੇ ਕਿਸੇ ਦੀ ਪੇਸ਼ ਨਹੀਂ ਚੱਲਣੀ ਹੈ, ਨਾ ਉੱਥੇ ਕੋਈ ਗਵਾਹ, ਜੋ ਕਿਉਂਕਿ ਪਰਮਾਤਮਾ ਖੁਦ ਗਵਾਹ ਹੈ। ਉੱਥੇ ਗਵਾਹੀ ਦੇਣ ਲਈ ਸਾਨੂੰ ਇੱਥੇ ਕੋਰਟ ਕਚਹਿਰੀ 'ਚ ਗਵਾਹ ਪੇਸ਼ ਕਰਨੇ ਪੈਂਦੇ ਨੇ, ਪਰ ਉਹ ਮਾਲਕ ਦੀ ਦਰਗਾਹ ਵੇਖੇ ਮਾਲਕ ਖੁਦ ਹੀ ਲੇਖਾ ਜੋਖਾ ਲਿਖਣ ਵਾਲਾ ਅਤੇ ਖੁਦ ਹੀ ਗੁਰੂ ਸਿਰ ਗਵਾਹੀ ਦੇਣ ਵਾਲਾ ਹੈ। ਗਵਾਹੀ ਕਿਵੇਂ ਦਿੰਦਾ? ਜੋ ਜੀਵ ਇਨਕਾਰੀ ਹੁੰਦਾ ਕਿ ਮੈਂ ਨਹੀਂ ਇਹ ਪਾਪ ਕੀਤਾ, ਮੈਂ ਮਾੜਾ ਕੰਮ ਨਹੀਂ ਕੀਤਾ, ਅਤੇ ਪਰਮਾਤਮਾ ਕਹਿੰਦਾ ਆਹ ਦੇਖ, ਆਹ ਸਮਾਂ ਇੰਨਾ ਸਮਾਂ ਸੀ, ਆਹ ਵਾਰ ਸੀ, ਇੱਕ ਵੀ ਮਿੰਟ ਇੱਧਰ ਉੱਧਰ ਨਹੀਂ ਪਰਮਾਤਮਾ ਹੋਣ ਦਾ, ਕਿ ਆਹ ਵਾਰ ਸੀ, ਇੰਨਾ ਸਮਾਂ ਸੀ, ਅਤੇ ਆਹ ਜਿਹੜਾ ਸੰਨ ਸੀ, ਅਤੇ ਆਹ ਸੰਨ ਦੇ ਵਿੱਚ, ਈਸਵੀ ਦੇ ਵਿੱਚ ਤਾਂ ਇਹ ਮਾੜਾ ਕਰਮ ਕੀਤਾ। ਫਿਰ ਉਹਨੂੰ ਤਸਵੀਰ ਦਿਖਾਈ ਜਾਂਦੀ ਹੈ। ਜਿਹੜਾ ਜੋ ਕੁਝ ਕੀਤਾ ਉਹ ਸਾਹਮਣੇ ਪੇਸ਼ ਕੀਤਾ ਜਾਂਦਾ, ਅਤੇ ਉਦੋਂ ਫਿਰ ਜੀਵ ਨੀਵੀਂ ਪਾਉਂਦਾ, ਉਦੋਂ ਸਮਾਂ ਲੰਘ ਚੁੱਕਾ ਹੁੰਦਾ ਹੈ। ਅਤੇ ਸਤਿਗੁਰੂ ਕਹਿੰਦੇ ਨੇ ਤੂੰ ਦੁਨੀਆ ਨੂੰ ਦੇਖ ਕੇ ਭੁੱਲਣਾ ਨਾ ਕਰ ਭਾਈ। ਜਿਹੜਾ ਸਾਹਿਬ ਦੇ ਦਰ 'ਤੇ ਲੇਖਾ ਜੋਖਾ ਮੰਗਿਆ ਜਾਵੇਗਾ, ਉੱਥੇ ਤੇਰਾ ਹਿਸਾਬ ਕਿਤਾਬ ਕੀਤਾ ਜਾਵੇਗਾ। ਕਹਿੰਦੇ ਫਿਰ ਦੱਸ ਉਸ ਮਾਲਕ ਦੀ ਦਰਗਾਹ ਵਿੱਚ ਕੀ ਮੁੱਖ ਦਿਖਾਵੇਗਾ। ਗੁਰਬਾਣੀ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਬਚਨ ਕੀਤੇ ਨੇ। ਬਾਬਾ ਫਰੀਦ ਸਾਹਿਬਾਨ ਜੀ ਦੇ ਬਚਨ ਪੜ੍ਹਦੇ ਆਪਾਂ। ਬਾਬਾ ਫਰੀਦ ਜੀ ਕਹਿੰਦੇ ਨੇ 3.5 ਮਣ ਦੇਹਰੀ ਚੱਲੈ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਬੱਤ ਅਸੂਣੀ ਬੰਨ, ਮਲਕਲ ਮੌਤ ਜਾ ਆਪਸੀ ਸਭ ਦਰਵਾਜੇ ਭੰਨ, ਤਿਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੋਹ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹ ਆਏ ਕੰਮ। ਮੋਹਰ ਲਾਤੀ ਅਖੀਰ 'ਤੇ ਸਾਰਾ ਪਹਿਲਾਂ ਦੱਸਤਾ ਕਿਸ ਤਰ੍ਹਾਂ ਜੀਵ ਜਾਂਦਾ। ਕਹਿ 3.5 ਮਣ ਦੇਹਰੀ ਹੈ, ਸਰੀਰ ਹੈ ਸਾਡਾ, ਚੱਲਦੀ ਕਿਵੇਂ ਹੈ? ਪਾਣੀ ਅਤੇ ਅੰਨ ਦੇ ਰਾਹੀਂ। ਖੁਰਾਕ ਹੈ ਸਾਡੀ ਸਰੀਰ ਨੂੰ ਚਲਾਉਣ ਲਈ। 2 ਪ੍ਰਕਾਰ ਦੀਆਂ ਖੁਰਾਕਾਂ ਨੇ। ਸਰੀਰ ਨੂੰ ਚਲਾਉਣ ਦੇ ਲਈ ਖੁਰਾਕ ਜਿਹੜੀ ਹੈ ਸਾਡਾ ਭੋਜਨ ਪ੍ਰਸ਼ਾਦਾ ਹੈ, ਅਤੇ ਮਨ ਨੂੰ ਚਲਾਉਣ ਲਈ ਜਿਹੜੀ ਸਾਡੀ ਖੁਰਾਕ ਕਿਹੜੀ ਹੈ? ਗੁਰੂ ਦਾ ਗਿਆਨ ਹੈ, ਗੁਰਬਾਣੀ ਹੈ। ਮਨ ਨੂੰ ਜੇ ਛੰਡੋਲ, ਮਨ ਨੂੰ ਤਕੜਾ ਕਰਨਾ ਹੈ ਨਾ, ਅਤੇ ਗੁਰਬਾਣੀ ਦਾ ਸਾਨੂੰ ਆਸਰਾ ਤੱਕਣਾ ਪਵੇਗਾ। ਗੁਰਬਾਣੀ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨਾ ਪਵੇਗਾ। ਮਨ ਸਾਡਾ ਬਲਵਾਨ ਹੋਣਾ ਗੁਰਬਾਣੀ ਦੇ ਰਾਹੀਂ, ਤਨ ਸਾਡਾ ਬਲਵਾਨ ਹੋਣਾ ਖੁਰਾਕ ਦੇ ਰਾਹੀਂ। ਇਹ ਦੋਨਾਂ ਚੀਜ਼ਾਂ ਦੀ ਸਾਨੂੰ ਲੋੜ ਹੈ। ਪਰ ਆਪਾਂ ਕੀ ਕਰਦੇ ਹਾਂ? ਸਰੀਰ ਨੂੰ ਬਲਵਾਨ ਕਰਨ ਦੇ ਲਈ ਆਪਾਂ ਸਰੀਰ ਨੂੰ ਖੁਰਾਕਾਂ ਤੱਕ ਲਾਈ ਜਾ ਰਹੇ ਹਾਂ, ਪਰ ਮਨ ਬਾਰੇ ਕੁਝ ਨਹੀਂ। ਮਨ ਨੂੰ ਕਿਵੇਂ ਤਕੜਾ ਕਰਨਾ, ਮਨ ਨੂੰ ਬਲਵਾਨ ਕਿਵੇਂ ਕਰਨਾ ਹੈ। ਅਤੇ ਫਰੀਦ ਸਾਹਿਬਾਨ ਜੀ ਬਚਨ ਕਰਦੇ ਹਨ, ਕਹਿੰਦੇ ਇਹ ਦਿਉਰੀ ਚੱਲਦੀ ਕਿਵੇਂ ਹੈ? ਪਾਣੀ ਅਤੇ ਅੰਨ ਦੇ ਰਾਹੀਂ। ਕਹਿੰਦੇ ਪਾਣੀ ਅਤੇ ਅੰਨ ਦੇ ਰਾਹੀਂ ਦਿਉਰੀ ਚੱਲਦੀ ਹੈ, ਸਰੀਰ ਚੱਲਦਾ ਹੈ। ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਮਲਕਲ ਮੌਤ ਜਾ ਆਪਸੀ ਸਭ ਦਰਵਾਜੇ ਭੰਨ।
ਜਦੋਂ ਮੌਤ ਆਉਂਦੀ ਨਾ ਗੁਰੂ ਸਵਾਰਿਓ, ਜਿੰਨੇ ਮਰਜ਼ੀ ਆਪਾਂ ਦਰਵਾਜ਼ੇ ਬੂਹੇ ਖਿੜਕੀਆਂ ਲਾਣਾ ਕਰੀਏ, ਇਹ ਸੋਚ ਲਈਏ ਕਿ ਇਹ ਮੌਤ ਜਿਹੜੀ ਹੈ ਦਰਵਾਜ਼ੇ ਰਾਹੀਂ ਬੂਹੇ ਖਿੜਕੀਆਂ ਰਾਹੀਂ ਅੰਦਰ ਪ੍ਰਵੇਸ਼ ਨਹੀਂ ਹੋ ਸਕਦੀ। ਪਰ ਗੁਰੂ ਸਵਾਰੇ ਸਾਰੇ ਦਰਵਾਜ਼ੇ ਭੰਨੇ ਜਾਂਦੇ ਨੇ। ਪੰਜ ਕਰਮ ਇੰਦਰੇ, ਗਿਆਨ ਇੰਦਰੇ, ਸਾਡੀਆਂ ਨਾੜੀਆਂ ਹੌਲੀ ਹੌਲੀ ਜਦੋਂ ਮਨੁੱਖ ਦਾ ਸਰੀਰ ਨਾਲ ਸੰਬੰਧ ਟੁੱਟਦਾ ਨਾ ਜੀਵ ਦਾ, ਅਤੇ ਹੌਲੀ ਹੌਲੀ ਸਾਡੀਆਂ ਜਿਹੜੀਆਂ ਨਾੜੀਆਂ ਨੇ ਸਰੀਰ ਦੀਆਂ, ਇਹ ਸਾਥ ਛੱਡਦੀਆਂ ਜਾਂਦੀਆਂ ਨੇ, ਇਹ ਵੱਖਰੀਆਂ ਹੁੰਦੀਆਂ ਨੇ। ਫਿਰ ਉਹ ਦਰਵਾਜ਼ੇ ਭੰਨਣ ਵਾਲੀ ਗੱਲ ਹੁੰਦੀ ਹੈ। ਦਰਵਾਜ਼ੇ ਭੰਨ ਕੇ ਮੌਤ ਆਉਂਦੀ ਹੈ। ਉਸ ਮੌਤ ਅੱਗੇ ਕਿਸੇ ਦਾ ਫਿਰ ਜ਼ੋਰ ਨਹੀਂ ਚੱਲਦਾ, ਡਾਢੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਮੌਤ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਹੈ, ਕਿਉਂਕਿ ਅਟੱਲ ਸੱਚਾਈ ਹੈ। ਇਹ ਤੋਂ ਕੋਈ ਨਹੀਂ ਬਚ ਸਕਿਆ ਅਜੇ ਤੱਕ, ਨਾ ਹੀ ਕਿਸੇ ਨੇ ਬਚਣਾ ਹੈ। ਵੱਡੇ ਵੱਡੇ ਕਹਿੰਦੇ ਸੀ ਨਾ ਕਿ ਅਸੀਂ ਨਹੀਂ ਸੰਸਾਰ ਤੋਂ ਜਾਣਾ। ਰਾਵਣ ਜੈਸੇ, ਹਰਨਾਖਸ ਜੈਸੇ, ਜਿਨ੍ਹਾਂ ਨੇ ਵਰ ਵੀ ਲਏ ਹੋਏ ਸਨ ਕਿ ਦਿਨੇ ਮਰਾਂ ਰਾਤ ਨੂੰ ਮਰਨ, ਧਰਤੀ 'ਤੇ ਮਰਨ, ਆਕਾਸ਼ 'ਤੇ ਮਰਾਂ, ਅਤੇ ਨਾ ਹੀ ਮੈਨੂੰ 84 ਲੱਖ ਜੂਨਾਂ ਵਿੱਚੋਂ ਕੋਈ ਮਾਰ ਸਕੇ, ਨਾ ਕਿ ਸ਼ਾਸਤਰ ਨਾ ਮਰਾਂ। ਪਰ ਪਰਮਾਤਮਾ ਨਰਸਿੰਘ ਰੂਪ ਧਾਰਨ ਕੀਤਾ ਅਤੇ ਉਸ ਹਰਨਾਕਸ਼ ਦੇ ਜਿਹੜੇ ਵਰ ਵੀ ਪੂਰੇ ਕੀਤੇ ਅਤੇ ਉਹਨੂੰ ਮਾਰਨਾ ਕੀਤਾ, ਖਤਮ ਕਰ ਦਿੱਤਾ। ਅਟੱਲ ਸੱਚਾਈ ਹੈ। ਰਾਵਣ ਜਿਹੜਾ ਵਿਦਵਾਨ ਸੀ, ਰਾਵਣ ਦੇ ਬਾਬਤ ਇਹ ਗਾਥਾ ਪ੍ਰਸਿੱਧ ਹੈ ਕਿ ਰਾਵਣ ਨੇ ਹੰਕਾਰ ਕੀਤਾ, ਹੰਕਾਰ ਹੋਣ ਕਰਕੇ ਰਾਵਣ ਦੀ ਮੌਤ ਹੋ ਗਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਇੱਕ ਸ਼ਬਦ ਪੜ੍ਹਦੇ ਹਾਂ। ਸ਼ਲੋਕ ਹੈ ਕਿ ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ, ਕਉ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਅਤੇ ਜੇ ਆਪਾਂ ਆਮ ਅਰਥ ਕਰੀਏ ਕਿ ਰਾਮ ਜੀ ਆਏ ਤ੍ਰੇਤੇ ਦੇ ਅਵਤਾਰ, ਉਹ ਵੀ ਚਲੇ ਗਏ ਸੰਸਾਰ ਤੋਂ। ਰਾਵਣ ਜੀ ਆਏ, ਰਾਵਣ ਦਾ ਵੱਡਾ ਪਰਿਵਾਰ ਸੀ, ਰਾਵਣ ਵੀ ਚਲਿਆ, ਰਾਵਣ ਦਾ ਪਰਿਵਾਰ ਵੀ ਖਤਮ ਹੋ ਗਿਆ। ਸੰਸਾਰ ਸੁਪਨੇ ਦੀ ਨਹੀਂ ਆਈ ਹੈ। ਪਰ ਵਿਦਵਾਨਾਂ ਨੇ ਅਰਥ ਕੀਤੇ ਨੇ, ਕਹਿੰਦੇ ਨੇ ਰਾਮ ਗਇਓ ਰਾਵਣ ਗਇਓ। ਰਾਵਣ ਨਾਮ ਹੈ ਹੰਕਾਰ ਦਾ। ਕਹਿੰਦੇ ਜਦੋਂ ਜੀਵ ਦੇ ਅੰਦਰੋਂ ਰਾਮ, ਕਹਿੰਦੇ ਰਾਮ ਭੁੱਲ ਗਿਆ, ਰਾਵਣ ਨੂੰ ਰਾਮ ਭੁੱਲਿਆ, ਰਾਮ ਵਿਸਰ ਗਿਆ। ਰਾਮ ਗਇਓ ਰਾਵਣ ਗਇਓ, ਰਾਵਣ ਨੂੰ ਰਾਮ ਵਿਸਰ ਗਿਆ। ਰਾਮ ਨਾਮ ਹੈ ਪਰਮੇਸ਼ਰ ਦਾ, ਪਰਮੇਸ਼ਰ ਵਿਸਰ ਗਿਆ, ਰਾਮ ਵਿਸਰ ਗਿਆ। ਉਦੋਂ ਫਿਰ ਰਾਵਣ ਗਇਓ, ਜਿਸ ਰਾਵਣ ਦਾ ਵੱਡਾ ਪਰਿਵਾਰ ਸੀ। ਪਹਿਲਾਂ ਤਾਂ ਹੈ ਤਾਂ ਰਾਵਣ ਬ੍ਰਾਹਮਣ ਸੀ ਨਾ, ਵਿਦਵਾਨ ਸੀ, ਪਰ ਹੰਕਾਰ ਆਉਣ ਕਰਕੇ ਉਹ ਰੱਬ ਨੂੰ ਭੁੱਲਿਆ, ਅਤੇ ਰੱਬ ਨੇ ਗੁਰੂ ਸਵਾਰਿਓ ਫਿਰ ਰਾਮਚੰਦਰ ਜੀ ਦੇ ਰੂਪ ਵਿੱਚ ਸੰਸਾਰ 'ਚ ਆਉਣਾ ਕੀਤਾ। ਉਸੇ ਹੀ ਰਾਵਣ ਦਾ ਫਿਰ ਵੱਧ ਕੀਤਾ, ਉਹਨੂੰ ਖਤਮ ਕੀਤਾ। ਅਤੇ ਉਹ ਪਰਮੇਸ਼ਰ ਨੂੰ ਭੁੱਲਣ ਕਰਕੇ ਰਾਵਣ ਦੀ ਹਾਲਤ ਇਹੋ ਜਿਹੀ ਹੋਈ ਹੈ। ਇਹ ਹੈ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਸਾਰੇ ਦਰਵਾਜ਼ੇ ਤੋੜਤੇ ਨਾ, ਕਿੱਡੇ ਕਿੱਡੇ ਪਹਿਰੇ ਲੱਗੇ ਹੋਏ ਸੀ। ਜਿਹਦੀ ਸੋਨੇ ਦੀ ਲੰਕਾ ਬਣੀ ਹੋਈ ਸੀ, ਹੁਕਮ ਚੱਲਦਾ ਸੀ 1 ਲੱਖ ਪੂਤ 1.25 ਲੱਖ ਨਾਤੀ, ਤੇ ਰਾਵਣ ਘਰ ਦੀਆ ਨਾ ਬਾਤੀ। ਦੀਵਾ ਬਾਲਣ ਵਾਲਾ ਵੀ ਕੋਈ ਨਹੀਂ ਰਿਹਾ। ਅਤੇ ਸਤਿਗੁਰੂ ਕਹਿੰਦੇ ਇਸ ਤਰ੍ਹਾਂ ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਬੰਨ ਕੇ ਲੈ ਜਾਂਦੇ ਨੇ। ਅਤੇ ਬੰਨ ਕੇ ਲੈ ਜਾਂਦੇ ਨੇ ਗੁਰੂ ਸਵਾਰਿਓ। ਫਿਰ ਅੱਗੇ ਕੀ ਹੁੰਦਾ? ਸਰੀਰ ਦਾ ਸੰਸਕਾਰ ਕੀਤਾ ਜਾਂਦਾ, ਅੰਤਮ ਕਿਰਿਆ ਨਿਭਾਈ ਜਾਂਦੀ ਹੈ। ਕਹਿੰਦੇ ਇਸ ਤਰ੍ਹਾਂ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਕਹਿੰਦੇ ਵੇਖੋ ਬੰਦਾ ਚੱਲਿਆ 4 ਜਣਿਆਂ ਦੇ ਕੰਨ। 4 ਜਿਹੜੇ ਕਾਨੀ ਲੱਗੇ ਹੁੰਦੇ ਨੇ, ਜਦੋਂ ਅਰਥੀ ਨੂੰ ਚੁੱਕਿਆ ਜਾਂਦਾ, ਸਰੀਰ ਨੂੰ ਪਾਇਆ ਹੁੰਦਾ, ਅਤੇ ਗੁਰੂ 4 ਕਾਨੀ ਲੱਗਦੇ ਨੇ। ਉਹ ਮੋਢਾ ਬਾਰੋ ਬਾਰੀ ਮੋਢਾ ਲਾ ਕੇ ਸ਼ਮਸ਼ਾਨ ਭੂਮੀ ਤੱਕ ਲੈ ਕੇ ਜਾਂਦੇ ਨੇ।
तो कहते जाना हर एक ने, गुरमुख ने भी जाना तो मनमुख ने जाना है। तो जो इत्थों कूच करता ना जीव, तो मालक की दरगाह वेखे फिर लेखे जोखे का हिसाब किताब होंदा है। साहिब लेखा मंग सी दुनिया देखना भूल, कहते फिर उत्थे दरगाह लेखा मंगी है फरीदा। कहते फरीदा जे अमल जे कीते दुनी दरगाह आए काम। कहते मालक दी दजे चंगे कर्म कीते, शुभ कर्म कीते ने, लोक भलाई दे काम कीते, नाम जपिया बंदगी कीती है। तो फरीद साहबान जी कहते सच जानियो फिर वो मालक दी दरगाह विखे ए जीवित दे काम आउणगे। आपां सफ़र कर रहे हैं, लुधियाने तो आपां मुंबई जाना, ट्रेन दे राही ਜਾਂ ਹੋਰ ਕੋਈ ਸਾਧਨ ਵਰਤੇ ਆ। ਜਦੋਂ ਕਿਤੇ ਵੀ ਆਪਾਂ ਜਾਂਦੇ ਆ ਤੇ ਪਹਿਲਾਂ ਆਪਾਂ ਜੇਬ ਖਰਚ ਦੇਖਦੇ ਆ ਕਿ ਰਸਤੇ 'ਚ ਆਪਾਂ ਸਫ਼ਰ ਕਰਨਾ ਹੈ, ਸਾਨੂੰ ਸਮੇਂ ਸਿਰ ਲੋੜ ਵੀ ਪੈਣੀ ਹੈ ਤੇ ਜੇਬ 'ਚ ਪੈਸੇ ਰੱਖਦੇ ਆ। ਉਹ ਸਾਡਾ ਰਸਤੇ ਦਾ ਸਫ਼ਰ ਹੋ ਗਿਆ। ਜੇ ਪੈਸਾ ਨਹੀਂ ਹੈ ਸਾਡੇ ਕੋਲ, ਆਪਾਂ ਟਿਕਟ ਨਹੀਂ ਲੈ ਸਕਦੇ ਆ ਤੇ ਫਿਰ ਸਾਡਾ ਸਫ਼ਰ ਵੀ ਸਾਡਾ ਅਧੂਰਾ ਰਹਿ ਜਾਵੇਗਾ। जे पैसा कोल है तो पैसे के राही आप सारा जिहड़ा सफ़र करके वापस अपने घर नूं मुड़ सकते हैं। इस तरह ही गुरु सवारियो मालक की दरगाह वेखे, जो जीव संसार तो कूच करदा ना मालक की दरगाह वेखे जाता है। जे उत्थे शुभ कर्मां रूपी साडे कोल पैसा है, शुभ कर्म जिहड़े कीते ने, नाम जपिया, ये साडे खजाने में जमा है, तो उदों फिर असी मालक की दरगाह विखे प्रवान होवांगे तो असी वधिया खर्च कर सकांगे तो परमात्मा के दर ते भी सानूं सन्मान मिलता, सत्कार मिलता है। पर सतगुरु कहते ने तू कर्म चंगे कर, उस मालक का नाम जपण लई तैनूं ये जिहड़ी मनुखा देही मिली है, कहते इस देही दे राही भाई तू नाम जपना कर। एवें ना कहते भुलना कर, जी दुनिया दो नीवां वाली ये दुनिया है, इस दुनिया नूं देख के तू भुलना ना कर परमेश्वर नूं। साहिब लेखा मंग सी, साहिब ने लेखा मंगना है, उत्थे लेखे जोखा हिसाब किताब होना है। ताइयों बाबा फरीद जी कहते ने फरीदा जे तू अकल लथीफ काले लिखना लेख, आपनड़े गिरवान मैं सिर नीवा कर देख। अयों कह रहे ना कि बार बार गुरबाणी सानू कह रही है, सतगुरु बार बार समझाते हैं, कहते भाई तू आ कर्म कर, चंगे कर्म कर, नाम जप, तेरे नाल ये निभणगे ते मालक की दरगाह विखे तेरे सहायक होणगे। जिहड़ियां रूहां ने संसार विच आके नाम जपिया ना, उन्हां रूहां नूं सन्मान सत्कार मिलदा है। वो संसार तो कूच कर जाते हैं, चले जाते हैं, पर कूच करन तो बाद भी उन्होंने सन्मान मिलता तो अगे भी मिलता रहे। किन्ने महापुरख होए ने, किन्ने गुरसिख होए ने जिहड़े उस मालक की रजा विच भी रहे ने ते चंगे कर्म कीते ने। दो नीवा वाली जिहड़ी दुनिया ये विचरते इत्थे ही हन, संसार विच काम करते आहर करते अपने, पर गुरु सवारे अपने साहिब नूं मालक नूं विसारते नहीं हैं। हुण चेते कीता मालक नूं। गुरु नानक पातशाह जदों सिੱਖੀ ਦਾ सतगुरु प्रचार कर रहे सी, 4 उदासियां सतगुरु ने कीतियां, फिर करतारपुर साहिब की धरती ते पातशाह डेरा ला लिया। पातशाह खेती करते हैं, आप सतगुरु हल वाहुंदे ने ते अपने सिखां नूं भी सतगुरु नाल लाउंदे ने। असल में पातशाह जी ने समझाया कि भाई जिथे तुसी सुबह तो शाम बंदगी करनी है, इबादत करनी है, उत्थे 10 नूहां की किरत भी करनी है, उच्ची सुच्ची किरत करनी है। जे इस तरह किरत करते जावोगे, नाल परमात्मा की इबादत करते जावोगे, तो फिर मालक की दरगाह विखे प्रवान होवोगे। इस करके गुरु साहबान जी कहते हैं कि भाई वो जिहड़ा साहिब है वो लेखा मंगेगा तेरे पास। तू इस दुनिया नूं देख के, संसार नूं देख के परमात्मा नूं भुलना ना कर। दिल दरबानी जो करे, दिल बेसी दिल रास,
इश्क मोहब्बत नानका लेखा करते पास। दिल दरवानी जो करे दरवेशी दिल रास। दिल दरवानी अपने दिल दे विच कहंदे ने जिहड़ा जीव उस मालक दी इबादत करदा है, उस मालक दी सिफत करदा है, अपने हिरदे दे विच उस मालक दा जिहड़ा नाम दा खजाना है इनू कहंदे रास पूंजी बना लैंदा है। कहंदे फिर वो जिहड़ा जीव है दरवेश जीव कहंदे वो मालक दे दर ते फिर प्रवान होंदा है। जो काम करना बंदगी करनी है, गुरु घर विखे टहल सेवा करनी है, सतगुरु कहंदे दिल ना करना कर, लोक दिखावे मात्र ना कर। झाड़ू पोचा ला रहा, झाड़ू पोचा लाउंदियां होया तू ये सोच, ये ना देख कि लोग मैनू देख रहे ने, तू ये सोच मेरा गुरु मैनू देख रहा। जिस गुरु के दर ते मैं झाड़ू ला रहा ना, मेरा गुरु देख रहा है। मैं अपने गुरु के दर ते जो भी काम करना, जिहड़ी भी सहल सेवा करनी है, वो दिल ला के करनी है। सिमरन करन लग्या, बंदगी करन लग्या, उदो दिल दे राही मन दे राही बाणी पढ़, मन राही सिमरन कर। मन मैं सिमरन करिया ते मन दे राही उस मालक नूं चेते कर। कहंदे फिर भाई तू मालक दे दर ते प्रवान होवेगा। ये है दरवेशी दी रास, जिहड़ा दिल दे राही कारज करना, उस मालक दी इबादत करनी। ते सतगुरु कहंदे ने इश्क मुहब्बत नानका लेखा करते पास। नानक गुरु जी उचारण करते ने, कहंदे जिहड़े भाई उस मालक नाल इश्क करते ने, मुहब्बत करते हैं, प्यार करते हैं, कहंदे सच जाणियो वो फिर लेखा करते पास, करते वाहिगुरू दे पास उन्हां लेखा जोखा हुंदा है। करता वाहिगुरू उन्हां दे पिछले गुनाहां नूं बख्श के फिर अपने चरणां दे भोरे बना लैंदा है। जिहड़े उस मालकां दिलों मुहब्बत करते हैं, जिन्हां दी अंदरों प्रीति है परमात्मा दे नाल। ये नहीं कि जिहड़ा सस्सी पुन्नू दी आपां गथावां सुन लैंदे हैं, हीर रांझे दियां सुन लैंदे हैं, ये तो दुनियावी रिश्ते ने। ये मुहब्बत जिहड़ी झूठी है, ये किस्से झूठे ने। असल विच जिहड़े जिन्हां दे अंदर प्रेम सी ना गुरु दे प्रति, वो चरखड़ियां उत्ते भी चढ़े, इन्होंने बंद बंद भी कटाया गुरु सवारे, उबलदे देगियां विच भी वो बैठे ने। इत्थों तक साडे गुरधाम ने सचखंड श्री हरिमंदर साहिब जदों मच्छे रंगड़ दे वेले मीर जिहड़ा इस तरह मीर मनु दे समय हरमंदर साहिब विच इशनान करना, गुरु सवारे सिख इशनान करते सन। पहरे तकड़ाई की हुई सी, पहरे लगे हुए सन। तो ये सी हुक्म कि कोई सिख इत्थे इशनान नहीं कर सकता, जे कोई आ जाता सी उन्होंने गोली मारी जाती सी। भाई सुखा सिंह, भाई महताब सिंह जिहड़े योधे कौम दे, जिन्हें मच्छे रंगड़ का सिर भी वड्ढिया सी। ते गुरु सवारियो जदों ये सी कि बुरजियां बनाइया हुई चारे पासे, सरोवर दे आले दुआले बुरजियां बनाते, उत्थे अपने सिपाही खड़े कीते ने। ते हुक्म किया कि जदों पानी हिले तुसीं ये समझना कि सिख उदों डरदे हो इशनान करते सी कि किते जालमां नूं पता ना लग जाए कि पानी हिले उदों गोलियां मार देनियां बस, ताकि विचे ही सिख मर जाए। क्योंकि इत्थों उन्हां दी सोच बन गई सी कि इत्थे इशनान करते ने, इशनान करन दे नाल इन्हूं ताकत मिलती है। अज देखो गुरु सवारे आपां सरोवरां उत्ते किंतु परंतु कर रहे हैं, पुरातन गुरसिखां दा जीवन पढ़ के देखो। तो बाबा सुखा सिंह, बाबा महताब सिंह जी कहंदे ने उस समय जदों पूरी तकड़ाई कर दिती,
पूरी तकड़ाई की गई कि भाई कोई भी सिख अंदर प्रवेश ना, जे आ गया गोली ना भुनते हो, कोई इशनान करके ना जावे। तो उदों इन्हां ने गुरु सवारियो इशनान किया, गोलियां की परवाह नहीं की। तो ये की सी कि गुरु नाल प्रेम सी। गुरु इत्थों तक जदों जिहड़ा काजी सी ना, जिस काजी ने ये सारे सख्ताई की हुई सी, दिलावर नामे काजी, तो गुरु सवारे उस काजी नूं भी इन्होंने ताड़ना की, कहण लगे असी इशनान करने आ रहे हैं, तेरे विच ताकत सानूं रोक के दस। ये कहण लग्या कि जे तुसी बाकी गुरु दे सिख हो, रात वेले तुसी इशनान करने लिए आ जाओ, दिन वेले इशनान करके विखावो, फिर देखांगे कि तुसी बहादुर ने, असी बहादुर हाँ। तो इन्हों ने भाई साहब ने गुरु से दिने इशनान किया, तो इशनान करके बाद दसना किया कि असी चले हैं, तुहाडे सिपाही सानूं रोक नहीं सके। इहो जिहा प्रेम सी, ये गुरु दे नाल प्रेम सी, गुरु धामां नाल प्रेम, जिस करके अपनी जान, ये पता सी एक गोली आवेगी छूकती हुई, जो साडे शरीर नूं गोली लगी तो आपां खत्म हो जावांगे, पर बेपरवाह सन, परवाह नहीं सी, मरण तो नहीं डरते सन, क्योंकि गुरु नाल प्रेम, गुरधामां नाल प्रेम, इहो जिहड़ा ये है इश्क मुहब्बत, जिहड़ा इहो जिहा इश्क कीती, मुहब्बत कीती परमात्मा दे नाल, फिर वो मालक वाहिगुरू उन्हां दा लेखा जोखा आप करदा, उन्हां दा हिसाब किताब आप करदा है। भाव वो मालक दे दर ते प्रवान हो जाते हैं। महला पहला। अलगो जोए मधुकड़ो सारग पाण सवाए, हीरा हीरा बेदिया नानक कंठ सुभाए। महल्ले दे विच धन धन साहब श्री गुरु नानक दे महाराज बचन करते ने, अलगो होए मधुकड़ो सारंग पाण सवाए। ते अलगो होए मधुकड़ो, मधुकड़ो कहते ने मधु भोरा, कहते थोड़ा जिहा, कहते अजीब तू ये जिहड़े संसार विच विचरदियां होइयां, अपने कार विहार करदियां होइयां, कहते थोड़ा जिहा दुनिया दे नाल प्रीति जिहड़ी तोड़ के परमात्मा नाल गुरु नाल प्रीति पावे ना, ते सारियां थावां ते इहो जी बिरती दा धारणी बन जावे कि सारियां थावां ते सारंगपण कहते ने परमेश्वर नूं, परमेश्वर वाहिगुरू नूं देखना करे, निर्लेप रवे, संसार च विचरना, कार विहार करने ने, अलगो निर्लेप रहना। ते सारियां इस तरह मधु की न्याई, भौरे की न्याई, ते गुरु सवारियो सारियां थावां ते एक परमात्मा नूं देखना। सारंगपण जिहड़ा सारंगपण परमेश्वर है उन्होंने देखे, कहते ने हीरा 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 बेदिया नानक कंठ सुभाए। सतगुरु कहते ने फिर इस तरह हीरा की है, परमात्मा का नाम। जो परमात्मा रूपी हीरे नूं कहंदे चेते, उहदे नाम नूं चेते करदा, ते हीरा हीरा विद्या, उस नाम विच फिर कहंदे उस जीव का जिहड़ा मन है विद्या जाता है, उस नाम दे विच ही वो जीव एकमिक हो जाता है। ते सतगुरु कहंदे ने फिर वो नानक कंठ सवाए, अपने कंठ दे राही कहंदे हर समय वो परमात्मा का नाम ही जपदा है, भाव नाम दे विच ही भेद हो जाता है, लीन हो जाता है। पौड़ी मनमुख काल बेआपदा, मोहे माया लागे। मनमुख जीव जिहड़ा है, काल हर एक जीव के सिर उत्ते खलोता है, चाहे गुरमुख है चाहे मनमुख है। पर सतगुरु कहंदे ने मनमुखां नूं काल जिहड़ा व्याप रहा, डरा रहा है, पर मनमुख जीव के मोह माया लागे, माया दे विच ही एक गलतान हन, इहदे विच लगे फिरदे हन। खिन मह मार पछाड़ सी, पाए दूजै ठागे। कहंदे है ऐ जीव तू दवैत विच फस के, दुविधा विच फस के ठगिया जा रहा, ठगिया जा रहा है। तैनूं पता है जदों मौत ने दस्तक देनी ना, मौत आवेगी, कहते खिन मह मार पछाड़ सी,
एक क्षण लगेगा, इन्ने समय दे विच ही परमात्मा ने उस मौत ने अजराइल फरिश्ते ने मार के तेन पछाड़ देना, पिछां कर देना, शरीर नाल तेरा विछोड़ा पा देना। अज शरीर करके सब कुछ कर रहे हैं, मैनू शरीर नू सुख देण दे लई आपां सब कुछ कर रहे हैं, पर पातशाह कहंदे जो समा आवेगा ना क्षण मात्र विच तैनूं पछाड़ देना है। क्यों तू ठगिया जा रहा है? मेहनत मशक्कत कर, पर नाल तू मालक की इबादत करना कर, ठगियां ना मारना कर, एवें ठगना ना कर अपने आप नूं। कहंदे जिहड़ा समा है समय की कदर करना कर, फिर वेला हथ न आवे जम का डंड लागे। फिर कहंदे वो समा आवेगा, कहंदे ये वेला हथ विच नहीं आवेगा। जिहड़ा अज समा साडे कोलों लंघ चुका, वो समा दुबारा नहीं आ सकता। हुण 2021 चल रहा, जे आपां कह दईए आपां पिछे 2000 समय विच पिछे चले जाइए, जिहड़ा समा लंघ गया वो तो नहीं आ सकता। अगले समा जिहड़ा आ रहा उन्होंने आपां उस समय की आपां कदर करिए। तो सतगुरु कहंदे ने जदों जमां दी डंड लगनी है, जमां दी मार पैनी है ना, उदों कहंदे तैनूं पश्चाताप करना वा। समा जिहड़ा है तैं अजाई व्यर्थ गवा लिया, ये समा दुबारा नहीं मिलण वाला है। तिन जम डंड न लगे जो हर लिव जागे। पर उन्हां प्यारिਆਂ नूं जमां दी डंड नहीं लगदी, मार नहीं पैंदी है। ਜਿਹੜੇ ਜਿਹੜੇ ਉਹ ਕਿਹੜੇ ने जो हर लिव जागे, ਜਿਹੜੇ जिन्हां ने अपनी बिले बिरती हरी विच लाई हुई है, हर समय वो जागृत अवस्था में रहिंदे ने। जागृत अवस्था में जाग के अपने मालक की अपने इष्ट की आराधना करते हैं। सब तेरी तुद छड़ावणी सब तुद लागे। हे वाहिगुरु सब तेरी, जो कुछ है ये सब कुछ तेरी तुद छड़ावणी। तू ही जीव आत्मा नू जमां दी मार तो छड़ा सकता है। सब तुद लागे, तो सारे ही तेरे लागे लग सकते हैं। जे तू किरपा करे, तेरी रहमत नाल तेरी किरपा दे नाल वो तेरे लड़ लग के तेरे गुणां दा गैन कर सकते हैं। ये सारी तेरी खेड़ है। एक ना पासों तू नाम जपा रहा, एक ना नू तू कुराहे पाया होया है, एक अपना जीवन सारी जिंदगी चोरियां ठगियां इत्यादि इहदे विच ही बतीत करते हैं। एक ऐसे ने ਜਿਹੜੇ गुरु सच्ची उच्ची किरत करते हैं, सास गरादर परमात्मा का नाम जपते हैं। कहते है सारिया परमात्मा दी खेडां ने, वो वाहिगुरु ने ये खेड वरताई हुई है। ये गुरु सवारियो सतगुरु महाराज ने साडे उत्ते बख्शिश की है। दास तो बोलदे तो एक नहीं अनेकां गलतियां हो गई।